ਸਵਾਗਤ ਹੈ ਤੁਹਾਡੇ ਆਪਣੇ ਚੈਨਲ MSW ਸਟੱਡੀ ਫॉर ਜੌਬ ਦੇ ਵਿੱਚ। ਅੱਜ ਜੋ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਸਾਇੰਸ ਦਾ ਰਿਫਲੈਕਸ਼ਨ ਆਫ ਲਾਈਟ। ਪਹਿਲਾਂ ਆਪਾਂ ਦੱਸ ਦਈਏ ਕਿ ਰਿਫਲੈਕਸ਼ਨ ਆਫ ਲਾਈਟ ਹੈ ਜਿਹੜਾ ਉਹ ਤੁਹਾਡਾ ਜਿਹੜਾ ETD ਦੀ ਜਿਹੜੀ ਗਵਰਨਮੈਂਟ ਦੁਆਰਾ ਪੋਸਟ ਨੇ ਐਲਾਨ ਕੀਤਾ, ਠੀਕ ਹੈ, ਗਵਰਨਮੈਂਟ ਨੇ, ਤਾਂ ਉਹਨਾਂ ਦੇ ਵਿੱਚੋਂ ਇੱਕ ਕੀ ਹੈ ਟੌਪਿਕ ਹੈ ਰਿਫਲੈਕਸ਼ਨ ਆਫ ਲਾਈਟ। ਤਾਂ ਦੇਖੋ ਕੁਝ ਟੌਪਿਕ ਆ ਜਿਹੜਾ ਆਪਾਂ ਕਵਰ ਕਰਾਂਗੇ YouTube ਦੇ ਉੱਤੇ, ਆਪਣੇ ਚੈਨਲ ਦੇ ਉੱਤੇ ਤੁਸੀਂ ਕਵਰ ਕਰ ਸਕਦੇ ਹੋ। ਅਗਰ ਤੁਸੀਂ ਫੁੱਲ ਕੋਰਸ ਜੁਆਇਨ ਕਰਨਾ ਚਾਹੁੰਦੇ ਸਾਡਾ, ਠੀਕ ਹੈ, ਤਾਂ ਪਲੇ ਸਟੋਰ ਤੋਂ MSW ਸਟੱਡੀ ਐਪ ਡਾਊਨਲੋਡ ਕਰੋ ਅਤੇ ਉਸ ਦੇ ਵਿੱਚ ਕੀ ਕਰ ਰਹੇ ਆ ਬੈਚ ਨੇ ਜਿਹੜੇ ਆਪਣੇ ਸਟਾਰਟ ਹੋ ਚੁੱਕੇ ਆ ਜੀ, ਠੀਕ ਹੈ। ਜਿੱਦਾਂ ਤੁਹਾਨੂੰ ਪਤਾ ਕਿ ਆਪਾਂ ਪਹਿਲਾਂ ਵੀ ਇਹਦੀ ਪ੍ਰੈਪਰੇਸ਼ਨ ਕਰਵਾਈ ਸੀਗੀ ETT ਦੀ, ਠੀਕ ਹੈ। ਜਿਹੜੀਆਂ ਲਾਸਟ ਟਾਈਮ ਪੋਸਟਸ ਆਈਆਂ ਸੀ, ਆਪਣੇ ਬਹੁਤ ਸਾਰੇ ਬੱਚੇ ਕੀ ਹੋ ਚੁੱਕੇ ਆ, ਉਹਨਾਂ ਦੇ ਵਿੱਚ ਸਿਲੈਕਟ ਹੋ ਚੁੱਕੇ ਆ, ਸਕਰੂਟਨੀ ਹੈ ਜਿਹੜੀ ਉਹਨਾਂ ਦੀ ਡਨ ਹੋ ਚੁੱਕੀ ਹੈ ਅਤੇ ਅਪੁਆਇੰਟਮੈਂਟ ਲੈਟਰ ਹੈ ਜਿਹੜਾ ਉਹ ਬਾਕੀ ਹੈ। ਤਾਂ ਦੇਖੋ ETT ਦੀ ਜਿਹੜੀਆਂ ਪੋਸਟ ਆਈਆਂ ਨੇ ਹੁਣ, ਤਾਂ ਤੁਸੀਂ ਸਾਡਾ ਕੋਰਸ ਜੁਆਇਨ ਕਰ ਸਕਦੇ ਹੋ, ਠੀਕ ਹੈ, ਬਹੁਤ ਹੀ ਘੱਟ ਲੋ ਫੀਸ ਦੇ ਉੱਤੇ, ਠੀਕ ਹੈ। ਪੂਰੇ ਪੰਜਾਬ ਦੇ ਵਿੱਚੋਂ ਕੀ ਆਪਣੀ ਸਭ ਤੋਂ ਘੱਟ ਫੀਸ ਹੈ। ਤਾਂ ਬਾਕੀ ਜੇਕਰ ਤੁਸੀਂ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਕੀ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ, ਠੀਕ ਹੈ। 9878731752 9878831752 ਇਸ ਚੈਨਲ ਦੇ ਉੱਤੇ ਕਰ ਸਕਦੇ ਹੋ ਤੁਸੀਂ ਇਨਫੋ ਲੈ ਸਕਦੇ ਹੋ, WhatsApp ਮੈਸੇਜ ਵੀ ਕਰ ਸਕਦੇ ਹੋ ਅਤੇ ਕਾਲ ਵੀ ਕਰ ਸਕਦੇ ਹੋ। ਅਤੇ ਜਿਹੜਾ ਆਪਣਾ ਬੈਚ ਸਟਾਰਟ ਹੋ ਚੁੱਕਿਆ ਉਹਦੇ ਵਿੱਚ ਕੀ ਹੋ ਚੁੱਕੀਆਂ ਨੇ ਸਾਰੀਆਂ ਜਿਹੜੀਆਂ ਵੀਡੀਓਜ਼ ਨੇ ਉਹ ਅਪਲੋਡ ਹੋ ਚੁੱਕੀਆਂ ਨੇ। ਤੁਸੀਂ ਉੱਥੇ ਕੀ ਹੁੰਦੀ ਸ਼ੋਅ ਹੋ ਰਹੀਆਂ ਨੇ, ਡੈਮੋ ਕਲਾਸਿਸ ਵੀ ਸ਼ੋਅ ਹੋਣਗੀਆਂ ਅਤੇ ਬਾਕੀ ਤੁਸੀਂ ਕੀ ਕਰ ਸਕਦੇ ਹੋ, ਜੁਆਇਨ ਕਰ ਸਕਦੇ ਹੋ ਆਪਣਾ ਬੈਚ। ਚਲੋ ਆਪਾਂ ਆਪਣਾ ਕਰਦੇ ਹਾਂ ਜੀ ਲੈਕਚਰ ਸਟਾਰਟ ਕਰਦੇ ਹਾਂ। ਦੇਖੋ ਸਭ ਤੋਂ ਪਹਿਲਾਂ ਰਿਫਲੈਕਸ਼ਨ ਆਫ ਲਾਈਟ ਹੁੰਦਾ ਕੀ ਹੈ? ਰਿਫਲੈਕਸ਼ਨ ਆਫ ਲਾਈਟ ਹੁੰਦਾ ਪ੍ਰਕਾਸ਼ ਦਾ ਪਰਿਵਰਤਨ। ਪ੍ਰਕਾਸ਼ ਦਾ ਪਰਾਵਰਤਨ। ਪ੍ਰਕਾਸ਼ ਦਾ ਪਰਿਵਰਤਨ ਕੀ ਹੁੰਦਾ? ਦੇਖੋ ਜਦੋਂ ਕੋਈ ਵੀ ਪ੍ਰਕਾਸ਼ ਹੈ ਜਿਹੜਾ ਉਹ ਕਿਸੇ ਅਪਾਰਦਰਸ਼ੀ ਵਸਤੂ ਉੱਤੇ ਪੈਂਦਾ ਹੈ, ਅਪਾਰਦਰਸ਼ੀ ਵਸਤੂ, ਠੀਕ ਹੈ। ਅਪਾਰਦਰਸ਼ੀ ਕੀ ਹੁੰਦਾ? ਅਪੈਕਿਊ। ਅਪੈਕਿਊ, ਠੀਕ ਹੈ, ਇੰਗਲਿਸ਼ ਦੇ ਵਿੱਚ ਵਰਡ ਹੈ ਜਿਹੜਾ ਹੋ ਗਿਆ ਅਪੈਕਿਊ। ਅਪੈਕਿਊ ਕੀ ਹੁੰਦਾ ਹੈ? ਜਾਂ ਅਪਾਰਦਰਸ਼ੀ ਵਸਤੂ ਕਹਿੰਦੇ ਜਿਹਦੇ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ। ਦੇਖੋ ਜਿੱਦਾਂ ਕਿ ਆਪਣੇ ਘਰਾਂ ਦੇ ਵਿੱਚ ਬਲਬ ਲੱਗੇ ਹੁੰਦੇ ਆ, ਠੀਕ ਹੈ, ਸਾਰਿਆਂ ਦੇ, ਜਾਂ ਟਿਊਬਸ ਵਗੈਰਾ ਲੱਗੀਆਂ ਹੁੰਦੀਆਂ ਨੇ, ਤਾਂ ਉਹ ਕੀ ਕਰ ਦਿੰਦੇ ਆ, ਜਿਹੜਾ ਆਪਣਾ ਕਹਿ ਸਕਦੇ ਹੋ ਚਾਨਣ ਹੈ, ਜਿਹੜਾ ਪ੍ਰਕਾਸ਼ ਹੈ ਉਹ ਫੈਲ ਜਾਂਦਾ ਸਾਰਾ ਕਮਰੇ ਦੇ ਵਿੱਚ। ਜਦੋਂ ਆਪਾਂ ਨੂੰ ਕੀ ਕਰਦੇ ਆ, ਔਨ ਕਰਦੇ ਆ, ਉਹ ਕਿੱਦਾਂ ਫੈਲ ਜਾਂਦਾ? ਜਿਹੜੀਆਂ ਕੰਧਾਂ ਹੁੰਦੀਆਂ ਨੇ, ਬਾਲਜ਼ ਹੁੰਦੀਆਂ ਨੇ, ਉਹ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀਆਂ। ਤਾਂ ਉਹ ਕੀ ਨੇ? ਅਪਾਰਦਰਸ਼ੀ ਵਸਤੂਆਂ ਨੇ ਉਹ ਸਾਰੀਆਂ, ਠੀਕ ਹੈ। ਕੀ ਨੇ? ਅਪਾਰਦਰਸ਼ੀ ਵਸਤੂਆਂ ਨੇ ਜਿਹੜੀਆਂ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀਆਂ। ਕੰਧਾਂ ਪ੍ਰਕਾਸ਼ ਨਹੀਂ ਲੰਘਣ ਦਿੰਦੀਆਂ ਤਾਂ ਉਹਨੂੰ ਕੀ ਕਰ ਦਿੰਦੀਆਂ? ਮੋੜ ਦਿੰਦੀਆਂ। ਉਸ ਮੋੜ ਨੂੰ ਹੀ ਕੀ ਕਹਿੰਦੇ ਨੇ? ਪ੍ਰਕਾਸ਼ ਦਾ ਪਰਾਵਰਤਨ ਕਹਿੰਦੇ ਆ। ਦੇਖੋ ਐਗਜ਼ਾਮਪਲ ਲੈ ਸਕਦੇ ਆਪਾਂ, ਠੀਕ ਹੈ। ਹੁਣੇ ਲੈਟ ਕਰ ਲਓ ਕੋਈ ਵੀ ਸਰਫੇਸ ਹੈ, ਠੀਕ ਹੈ, ਸਰਫੇਸ ਸਮਝ ਗਏ, ਕੋਈ ਸਤ੍ਹਾ ਹੈ, ਕੀ ਹੈ? ਕੋਈ ਸਤ੍ਹਾ ਹੈ ਜਾਂ ਪਾਰਦਰਸ਼ੀ ਵਸਤੂ ਹੈ ਜਿਹੜੀ ਆਪਣੇ ਵਿੱਚ ਦੀ ਪ੍ਰਕਾਸ਼ ਨਹੀਂ ਲੰਘਣ ਦਿੰਦੀ। ਹੁਣ ਮੰਨ ਲਓ ਇਹ ਪ੍ਰਕਾਸ਼ ਆ ਗਿਆ, ਠੀਕ ਹੈ, ਪ੍ਰਕਾਸ਼ ਆਇਆ, ਪ੍ਰਕਾਸ਼ ਕਿਰਨ ਲਿਖ ਲੈਣ ਚਾਹੇ, ਪ੍ਰਕਾਸ਼ ਕਿਰਨ, ਪ੍ਰਕਾਸ਼ ਆਇਆ ਤਾਂ ਹੁਣ ਆਪਣੇ ਵੀ ਦੀ ਪ੍ਰਕਾਸ਼ ਤਾਂ ਲੰਘਣ ਨਹੀਂ ਦਿੰਦੀ, ਤਾਂ ਇਹਨੂੰ ਕਿੱਧਰ ਮੋੜ ਦੇਗੀ? ਇਹ ਮੋੜ ਦਿੱਤਾ, ਠੀਕ ਹੈ। ਦੇਖੋ ਇਹਨੂੰ ਕੀ ਕਹਿੰਦੇ ਨੇ? ਆਪਾਤੀ ਕਿਰਨ ਵੀ ਕਹਿ ਦਿੰਦੇ ਇਹਨੂੰ। ਕੀ ਕਹਿੰਦੇ ਨੇ? ਆਪਾਤੀ ਕਿਰਨ, ਠੀਕ ਹੈ ਜੀ। ਇਹਨੂੰ ਕਹਿੰਦੇ ਨੇ ਪਰਾਵਰਤਿਤ ਕਿਰਨ। ਆਪਾਤੀ ਕਿਰਨ ਜਿਹੜੀ ਸੂਰਜ ਦੀ ਜਿਹੜੀ ਕਿਰਨ ਹੈ, ਠੀਕ ਹੈ, ਪ੍ਰਕਾਸ਼ ਦੀ ਜਿਹੜੀ ਕਿਰਨ ਆਈ, ਠੀਕ ਹੈ, ਸੂਰਜ ਦੀ ਵੀ ਕਹਿ ਸਕਦੇ ਆਪਾਂ, ਪ੍ਰਕਾਸ਼ ਦੀ ਜਿਹੜੀ ਕਿਰਨ ਆਈ ਇੱਥੇ ਵੱਜ ਕੇ ਹੋ ਗਈ ਵਾਪਸ ਹੋ ਗਈ, ਤਾਂ ਉਹਨੂੰ ਕੀ ਕਹਿੰਦੇ ਨੇ? ਪਰਿਵਰਤਿਤ ਕਿਰਨ, ਇਹਨੂੰ ਆਪਾਤੀ ਕਿਰਨ। ਹੁਣ ਤੁਸੀਂ ਕੀ ਕਰਨਾ ਹੈ? ਇੱਥੇ 90 ਡਿਗਰੀ ਦਾ ਐਂਗਲ ਮਾਰ ਦੇਣਾ ਜਿੱਥੇ, ਠੀਕ ਹੈ, ਜਿੱਥੇ ਕੀ ਹੋਈ ਸੀ ਪ੍ਰਕਾਸ਼ ਕਿਰਨ ਵੱਜੀ ਸੀ। ਹੁਣ ਦੇਖੋ ਆਪਣੇ ਕੋਲ ਦੋ ਐਂਗਲ ਬਣ ਗਏ, ਇੱਕ ਇਹ ਐਂਗਲ ਬਣ ਗਿਆ, ਇੱਕ ਇਹ ਐਂਗਲ ਬਣ ਗਿਆ, ਠੀਕ ਹੈ। ਤਾਂ ਦੇਖੋ ਕੀ ਹੈ ਇਹਦੇ ਵਿੱਚ, ਇੱਕ ਇਹ ਐਂਗਲ ਹੋ ਗਿਆ, ਇੱਕ ਇਹ ਐਂਗਲ, ਇਹਨੂੰ ਕਹਿੰਦੇ ਨੇ ਆਈ ਐਂਗਲ, ਇਹਨੂੰ ਕਹਿੰਦੇ ਨੇ ਆਰ ਐਂਗਲ। ਹੁਣ ਇਹ ਆਈ ਤੇ ਆਰ, ਇਹਨਾਂ ਦਾ ਨਾਮ ਆਈ ਤੇ ਆਰ ਕਿਉਂ ਹੈ? ਠੀਕ ਹੈ, ਆਈ ਹੁੰਦਾ ਇੰਸੀਡੈਂਟ ਐਂਗਲ, ਇੰਸੀਡੈਂਸ ਐਂਗਲ, ਠੀਕ ਹੈ। ਆਰ ਹੁੰਦਾ ਹੈ ਰਿਫਲੈਕਸ਼ਨ ਐਂਗਲ। ਇੰਸੀਡੈਂਟ ਐਂਗਲ ਕੀ ਹੁੰਦਾ ਹੈ? ਆਪਤਨ ਕੋਣ, ਆਪਤਨ ਕੋਣ, ਇਹਨੂੰ ਕਹਿੰਦੇ ਨੇ ਪਰਾਵਰਤਿਤ ਕੋਣ।
ਆਪਤਨ ਕੋਣ ਉੱਤੇ ਪਰਿਵਰਤਨ ਕੋਣ। ਹੁਣ ਇਹਨਾਂ ਦਾ ਨਾਮ ਇਹ ਕਿਉਂ ਪਿਆ ਹੈ? ਆਪਤਨ ਕੋਣ ਤੇ ਪਰਿਵਰਤਨ ਕੋਣ, ਇਹਨਾਂ ਦਾ ਨਾਮ ਕਿਵੇਂ ਪਿਆ? ਦੇਖੋ ਨਾਮ ਇਹਨਾਂ ਦਾ ਪਿਆ ਜੀ, ਅਗਰ ਆਪਾਂ ਗੱਲ ਕਰੀਏ ਆਪਤਨ ਕੋਣ, ਆਪਾਤੀ ਕਿਰਨ। ਆਪਾਤੀ ਕਿਰਨ ਦਾ ਜਿਹੜਾ 90 ਡਿਗਰੀ ਦੇ ਐਂਗਲ ਨਾਲ ਕੋਣ ਹੈ ਉਹਨੂੰ ਆਪਤਨ ਕੋਣ ਕਹਿ ਦਾਂਗੇ। ਪਰਿਵਰਤਿਤ ਕਿਰਨ ਦਾ ਜਿਹੜਾ 90 ਡਿਗਰੀ ਦੇ ਐਂਗਲ ਨਾਲ ਹੈ ਕੀ ਆ ਉਹ ਪਰਿਵਰਤਨ। ਇਹਨੂੰ ਆਪਾਂ ਨਾਰਮਲ ਵੀ ਬੋਲ ਸਕਦੇ ਹਾਂ। ਨਾਰਮਲ ਕੀ ਹੁੰਦਾ? 90 ਡਿਗਰੀ ਦਾ ਐਂਗਲ, ਠੀਕ ਹੈ। ਇਹ ਬਹੁਤ ਵਾਰੀ ਪੁੱਛਿਆ ਜਾਂਦਾ ਹੈ, ਆਈ ਐਂਗਲ ਦਾ ਨਾਮ ਦੱਸੋ ਕੀ ਹੈ, ਤਾਂ ਕੀ ਹੈ? ਆਪਤਨ ਕੋਣ। ਆਰ ਐਂਗਲ ਦਾ ਨਾਮ ਕੀ ਹੈ? ਪਰਿਵਰਤਿਤ ਕੋਣ। ਇਹ ਕਿਹਦੇ ਨਾਲ ਬਣੇ ਹੁੰਦੇ ਨੇ? 90 ਡਿਗਰੀ ਦੇ ਐਂਗਲ ਨਾਲ ਬਣੇ ਹੁੰਦੇ। ਹੁਣ ਇਹਦੇ ਕੀ ਹੈ? ਕੁਝ ਨਿਯਮ ਨੇ। ਦੇਖੋ ਕੁਝ ਨਿਯਮ ਕੀ ਹੈ, ਇਹ ਸਾਰੇ ਕਾਹਦੇ ਤੇ? ਇੱਕੋ ਤਲ ਦੇ ਉੱਤੇ ਨੇ। 90 ਡਿਗਰੀ ਦਾ ਐਂਗਲ ਵੀ ਇਹ ਕੀ ਹੈ? ਸਾਰੇ ਇੱਕੋ ਤਲ ਦੇ ਉੱਤੇ ਨੇ। ਇੱਕੋ ਤਲ ਕਹਿ ਸਕਦੇ ਹਾਂ, ਆਪਾਂ ਸਰਫੇਸ ਕਹਿ ਸਕਦੇ ਹਾਂ, ਇੱਕੋ ਤਲ ਦੇ ਉੱਤੇ ਹਨ। ਪਹਿਲਾ ਤਾਂ ਨਿਯਮ ਇਹ ਹੈ ਵੀ ਚਾਹੇ ਉਹ ਆਪਾਤੀ ਕਿਰਨ ਹੈ, ਪਰਿਵਰਤਿਤ ਕਿਰਨ ਹੈ, ਆਪਤਨ ਕੋਣ ਹੈ, ਪਰਿਵਰਤਨ ਕੋਣ ਹੈ, 90 ਡਿਗਰੀ ਦਾ ਐਂਗਲ ਹੈ, ਠੀਕ ਹੈ, ਉਹ ਸਾਰੇ ਕਾਹਦੇ ਤੇ ਨੇ? ਇੱਕੋ ਤਲ ਦੇ ਉੱਤੇ। ਆ ਦੇਖੋ 90 ਡਿਗਰੀ ਦਾ ਐਂਗਲ ਹੀ ਹੈ ਇਹ ਸਾਰਾ, ਠੀਕ ਹੈ। ਦੂਸਰਾ ਨਿਯਮ ਕੀ ਹੈ? ਆਈ ਐਂਗਲ ਹੈ ਜਿਹੜਾ ਉਹ ਆਰ ਐਂਗਲ ਦੇ ਕੀ ਹੁੰਦਾ? ਹਮੇਸ਼ਾ ਇਕੁਅਲ ਹੁੰਦਾ ਹੈ। ਇਹ ਦੋਨੇ ਕੀ ਹੋਣਗੇ? ਬਰਾਬਰ ਹੋਣਗੇ। ਜੇ 40 ਡਿਗਰੀ ਐਂਗਲ ਹੈ ਤਾਂ ਇਹ ਵੀ ਕਿੰਨਾ ਹੋਊ? 45। ਇਹ 45 ਹੈ ਤਾਂ ਇਹ ਵੀ 45 ਹੋਵੇਗਾ। ਕਹਿ ਸਕਦੇ ਆਪਾਂ ਕਿ ਜਿੰਨੇ ਐਂਗਲ ਨਾਲ ਕਿਰਨ ਆਉਂਦੀ ਹੈ ਉਨੇ ਐਂਗਲ ਨਾਲ ਕੀ ਹੋ ਜਾਂਦੀ ਹੈ? ਉਹ ਵਾਪਸ ਚਲੀ ਜਾਂਦੀ ਹੈ। ਬਟ ਕੀ ਹੁੰਦੀ ਹੈ? ਉਹ ਆਪਣੇ ਆਪ ਦੇ ਵਿੱਚ ਦੀ ਪ੍ਰਕਾਸ਼ ਨਹੀਂ ਲੰਘਣ ਦਿੰਦੀ। ਦੇਖੋ ਰਿਫਲੈਕਸ਼ਨ ਆਫ ਲਾਈਟ, ਇੱਕ ਵਾਰ ਫੇਰ ਕੀ ਹੁੰਦਾ? ਪਰਿਵਰਤਨ। ਮਤਲਬ ਲਾਈਟ ਦਾ ਵੱਜ ਕੇ ਵਾਪਸ ਆਉਣਾ, ਉਹ ਕੀ ਹੁੰਦਾ ਹੈ? ਪਰਿਵਰਤਨ, ਠੀਕ ਹੈ। ਕਿਸੇ ਦਾ ਪ੍ਰਕਾਸ਼ ਦਾ ਪਰਿਵਰਤਨ, ਆਪਣੇ ਵਿੱਚ ਦੀ ਨਾ ਲੰਘਣਾ। ਦੂਸਰਾ ਆਪਣੇ ਕੋਲੇ ਤੁਹਾਡੇ ਕੋਲ ਡਾਇਗਰਾਮ ਹੈ, ਠੀਕ ਹੈ, ਜਿੱਦਾਂ ਕਿ ਐਂਗਲ, ਇੰਸੀਡੈਂਟ ਐਂਗਲ, ਇਹ ਰਿਫਲੈਕਟਡ ਐਂਗਲ, ਆਪਤਨ ਕੋਣ ਤੇ ਪਰਿਵਰਤਨ ਕੋਣ, ਆਪਾਤੀ ਕਿਰਨ, ਠੀਕ ਹੈ। ਹੋ ਸਕਦਾ ਤੁਹਾਨੂੰ ਡਾਇਗਰਾਮ ਦੇ ਵਿੱਚ ਦੇ ਦੇਣ ਵੀ ਇਹਨਾਂ ਦੇ ਵਿੱਚੋਂ ਦੱਸੋ ਆਪਾਤੀ ਕਿਰਨ ਕਿਹੜੀ ਹੈ, ਪਰਿਵਰਤਿਤ ਕਿਰਨ ਕਿਹੜੀ ਹੈ। ਤਾਂ ਅਪਾਰਦਰਸ਼ੀ ਵਸਤੂ ਕਿਹੜੀ ਹੁੰਦੀ ਹੈ? ਇੱਕ ਪਾਰਦਰਸ਼ੀ ਹੁੰਦੀ ਜਿਨ੍ਹਾਂ ਦੇ ਵਿੱਚੋਂ ਪ੍ਰਕਾਸ਼ ਲੰਘ ਜਾਵੇ, ਠੀਕ ਹੈ। ਜਿਨ੍ਹਾਂ 'ਚੋਂ ਨਾ ਲੰਘੇ ਉਹ ਕੀ ਹੁੰਦੀ ਆ? ਅਪਾਰਦਰਸ਼ੀ ਵਸਤੂ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਪਰਿਵਰਤਨ ਕੋਣ, ਅਪਰਤਨ ਕੋਣ, ਠੀਕ ਹੈ। ਇਸ ਤੋਂ ਇਲਾਵਾ ਆਈ ਐਂਗਲ ਤੇ ਆਰ ਐਂਗਲ। ਹੁਣ ਦੇਖੋ ਕੁਝ ਆਪਾਂ ਪੜਾਂਗੇ ਦਰਪਣ। ਦਰਪਣ ਕੀ ਹੁੰਦੇ? ਸ਼ੀਸ਼ੇ। ਦਰਪਣ ਦੇਖੋ ਜਿਹੜੇ ਦਰਪਣ ਨੇ ਕਾਹਦੇ ਬੇਸ ਤੇ ਕੰਮ ਕਰਦੇ ਨੇ? ਸ਼ੀਸ਼ੇ ਹੁੰਦੇ ਨੇ ਜਿਹੜੇ ਰਿਫਲੈਕਸ਼ਨ ਦੇ ਬੇਸ ਤੇ ਕੰਮ ਕਰਦੇ ਆ। ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਸਮਤਲ ਦਰਪਣ। ਸਮਤਲ ਦਰਪਣ ਕੀ ਹੁੰਦਾ? ਸਮਤਲ ਦਰਪਣ ਉਹ ਹੁੰਦਾ ਜੀ ਜਿਹਦੇ ਵਿੱਚ ਤੁਸੀਂ ਸਵੇਰੇ, ਠੀਕ ਹੈ, ਸਕੂਲ ਜਾਂਦੇ ਹੋ ਜਾਂ ਕਾਲਜ ਜਾਂਦੇ ਹੋ, ਠੀਕ ਹੈ, ਤਿਆਰ ਹੋਣ ਵੇਲੇ ਆਪਣੇ ਆਪ ਨੂੰ ਕੀ ਕਰਦੇ ਹੋ? ਉਹਦੇ ਵਿੱਚ ਆਪਣਾ ਫੇਸ ਦੇਖਦੇ ਹੋ, ਉਹ ਕੀ ਹੁੰਦਾ? ਸਮਤਲ ਦਰਪਣ, ਠੀਕ ਹੈ। ਹੁਣ ਸਮਤਲ ਦਰਪਣ ਦੁਆਰਾ ਜਿਹੜੀ ਫੋਟੋ ਬਣਦੀ ਹੈ, ਠੀਕ ਹੈ, ਪ੍ਰਤੀਬਿੰਬ ਕਹਿੰਦੇ ਉਹਨੂੰ ਆਪਾਂ। ਫੋਟੋ ਨੂੰ ਕੀ ਕਹਿੰਦੇ ਨੇ ਆਪਾਂ? ਪ੍ਰਤੀਬਿੰਬ ਪੰਜਾਬੀ ਭਾਸ਼ਾ ਦੇ ਵਿੱਚ, ਠੀਕ ਹੈ। ਨਾਮ ਕੀ ਆ ਉਹਦਾ? ਪ੍ਰਤੀਬਿੰਬ, ਤੇ ਇੰਗਲਿਸ਼ ਦੇ ਵਿੱਚ ਕਹਿੰਦੇ ਆਪਾਂ ਇਮੇਜ, ਠੀਕ ਹੈ। ਪ੍ਰਤੀਬਿੰਬ ਹੁਣ ਕਿੱਦਾਂ ਦਾ ਬਣਦਾ? ਦੇਖੋ ਪ੍ਰਤੀਬਿੰਬ ਹੁਣ ਦੇਖੋ ਉਹਦੇ ਵਿੱਚ ਕੀ ਹੁੰਦਾ? ਪ੍ਰਤੀਬਿੰਬ ਇੱਕ ਤਾਂ ਜਿਹੜਾ ਸਾਈਜ਼ ਹੈ, ਸਾਈਜ਼ ਸੇਮ ਹੁੰਦਾ ਹੈ, ਠੀਕ ਹੈ। ਜਿੱਡੀ ਤੁਹਾਡੀ ਹਾਈਟ ਹੈ ਉਨੀ ਹਾਈਟ ਹੀ ਦਿਖਾਉਂਦਾ ਹੈ, ਤਾਂ ਸਾਈਜ਼ ਕੀ ਹੁੰਦਾ? ਸਮਤਲ ਦਰਪਣ ਦੇ ਵਿੱਚ ਸੇਮ ਹੁੰਦਾ ਹੈ, ਠੀਕ ਹੈ। ਇੱਕ ਹੁੰਦਾ ਲੇਟਰਲੀ ਇਨਵਰਟਡ। ਲੇਟਰਲੀ ਇਨਵਰਟਡ ਕੀ ਹੁੰਦਾ ਹੈ? ਲੇਟਰਲੀ ਇਨਵਰਟਡ ਇਹ ਕਹਿ ਸਕਦੇ ਆਪਾਂ ਕਿ ਜਿਹੜਾ ਆਪਣਾ ਸੱਜੀ ਸਾਈਡ ਹੁੰਦੀ ਹੈ ਉਹਦੇ 'ਚ ਖੱਬੀ ਦਿਖਦੀ ਹੈ, ਜਿਹੜੀ ਖੱਬੀ ਸਾਈਡ ਹੁੰਦੀ ਹੈ ਉਹ ਕੀ ਹੁੰਦੀ ਹੈ? ਸੱਜੀ। ਮੀਨਸ ਰਾਈਟ ਲੈਫਟ ਦਿਖਾਉਂਦਾ, ਲੈਫਟ ਰਾਈਟ, ਉਹਨੂੰ ਕੀ ਕਹਿੰਦੇ ਆਪਾਂ? ਲੇਟਰਲੀ ਇਨਵਰਟਡ। ਇੱਕ ਹੋਰ ਉਹਦੀ ਕਰੈਕਟਰਿਸਟਿਕਸ ਕੀ ਹੈ, ਠੀਕ ਹੈ, ਵਿਸ਼ੇਸ਼ਤਾ ਕੀ ਹੈ ਉਹਦੀ? ਕਿ ਜਿੰਨਾ ਆਪਾਂ ਸ਼ੀਸ਼ੇ ਤੋਂ ਪਿੱਛੇ ਹੋਈ ਜਾਵਾਂਗੇ, ਠੀਕ ਹੈ, ਉਨੀ ਉਹ ਇਮੇਜ ਵੀ ਕੀ ਹੋਈ ਜਾਂਦੀ ਹੈ? ਪਿੱਛੇ ਹੋਈ ਜਾਂਦੀ ਰਹਿੰਦੀ ਹੈ। ਸਾਈਜ਼ ਬਰਾਬਰ ਹੁੰਦਾ ਬਟ ਸੱਜਾ ਤੇ ਖੱਬਾ ਪਾਸਾ, ਠੀਕ ਹੈ, ਹੋ ਸਕਦਾ। ਇੱਕ ਹੁੰਦੀ ਹੈ ਆਭਾਸੀ ਅਤੇ ਵਾਸਤਵਿਕ। ਦੇਖੋ ਜਿਹੜੇ ਦਰਪਣ ਨੇ, ਠੀਕ ਹੈ, ਅੱਗੇ ਆਪਾਂ ਦਰਪਣ ਪੜਾਂਗੇ, ਉੱਤਲ ਦਰਪਣ ਵੀ ਪੜਾਂਗੇ, ਅਵਤਲ ਦਰਪਣ ਵੀ ਪੜਾਂਗੇ। ਉਹਦੇ 'ਚ ਨਾ ਦੋ ਤਰ੍ਹਾਂ ਦੀ ਇਮੇਜ ਬਣਦੀ ਹੈ, ਪ੍ਰਤੀਬਿੰਬ ਦੋ ਤਰ੍ਹਾਂ ਦੀ ਬਣਦਾ, ਫੋਟੋ ਦੋ ਤਰ੍ਹਾਂ ਦੀ ਬਣਦੀ ਹੈ। ਕਿੱਦਾਂ? ਆਭਾਸੀ ਤੇ ਵਾਸਤਵਿਕ, ਠੀਕ ਹੈ, ਵਾਸਤਵਿਕ। ਹੁਣ ਵਾਸਤਵਿਕ ਤੇ ਆਭਾਸੀ ਦੇ ਵਿੱਚ ਕੀ ਫਰਕ ਹੈ? ਉਹ ਵੈਸੇ ਤਾਂ ਆਪਾਂ ਡਿਟੇਲ ਦੇ ਵਿੱਚ ਤਾਂ ਦਰਪਣਾਂ ਦੇ ਵਿੱਚ ਪੜਾਂਗੇ, ਠੀਕ ਹੈ, ਉਹ ਤੋਂ ਹੀ ਤੁਹਾਨੂੰ ਸਮਝ ਆਵੇਗਾ ਚੰਗੀ ਤਰ੍ਹਾਂ। ਬਟ ਤੁਸੀਂ ਇਹ ਯਾਦ ਰੱਖਣਾ ਕਿ ਸਮਤਲ ਦਰਪਣ ਦੇ ਵਿੱਚ ਜਿਹੜੀ ਆਭਾਸੀ ਇਮੇਜ ਹੁੰਦੀ ਹੈ, ਠੀਕ ਹੈ, ਆਭਾਸੀ ਤੇ ਜਿਹੜਾ ਵਾਸਤਵਿਕ ਆ ਉਹ ਆਪਾਂ ਅੱਗੇ ਕਰਾਂਗੇ ਇਸੇ ਲੈਕਚਰ ਦੇ ਵਿੱਚ ਹੀ, ਠੀਕ ਹੈ। ਉੱਤਲ ਦਰਪਣ ਤੇ ਅਵਤਲ ਦਰਪਣ ਦੇ ਵਿੱਚ ਚੰਗੀ ਤਰ੍ਹਾਂ
ਪੜਾਂਗੇ ਜੀ। ਠੀਕ ਹੈ, ਹੋਪ ਹੈ ਕਿ ਇਹਨਾਂ ਤੁਹਾਨੂੰ ਸਮਝ ਆਵੇਗਾ। ਅੱਗੇ ਆਪਾਂ ਕਰਦੇ ਹਾਂ, ਹੁਣ ਆਪਾਂ ਪੜਾਂਗੇ ਜਿਹੜਾ ਗੋਲਾਕਾਰ ਦਰਪਣ। ਦੇਖੋ ਜੀ ਅੱਗੇ ਸਟੱਡੀ ਕਰਦੇ ਹਾਂ ਆਪਾਂ ਗੋਲਾਕਾਰ ਦਰਪਣ। ਗੋਲਾਕਾਰ ਦਰਪਣ, ਗੋਲਾਕਾਰ ਦਰਪਣ। ਠੀਕ ਹੈ, ਗੋਲਾਕਾਰ ਦਰਪਣ ਕੀ ਹੁੰਦੇ ਆ? ਦੇਖੋ ਸਭ ਤੋਂ ਪਹਿਲਾਂ ਗੋਲਾਕਾਰ ਦਰਪਣ ਆ ਜਿਹੜੇ ਆਪਣੇ ਕੋਲ ਦੋ ਤਰ੍ਹਾਂ ਦੇ ਹੁੰਦੇ ਆ, ਉੱਤਲ ਦਰਪਣ ਤੇ ਅਵਤਲ ਦਰਪਣ। ਠੀਕ ਹੈ ਜੀ, ਉੱਤਲ ਦਰਪਣ ਤੇ ਅਵਤਲ ਦਰਪਣ। ਹੁਣ ਦੇਖੋ ਆਪਾਂ ਪੜ੍ਹਦੇ ਹਾਂ ਉੱਤਲ ਦਰਪਣ ਕਿਹੜਾ ਹੁੰਦਾ। ਦੇਖੋ ਦੇਖੋ ਤੁਹਾਡੀ ਜਿਹੜੀ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਦੇਖੋ ਤੁਹਾਨੂੰ ਦੋਨੇ ਇੱਕੋ ਜਿਹੇ ਲੱਗਦੇ ਹੋਣੇ, ਬਟ ਇਹਨਾਂ ਦੇ ਵਿੱਚ ਇੱਕ ਡਿਫਰੈਂਸ ਹੈ। ਜਿਹੜਾ ਮੈਂ ਥੋੜੇ ਡੰਡੇ ਜਿਹੇ ਲਗਾਏ ਨੇ, ਠੀਕ ਹੈ, ਇਹ ਅੰਦਰਲੀ ਸਾਈਡ ਹੈ, ਇਹ ਅੰਦਰਲੀ ਸਾਈਡ ਹੈ ਇਹਦੀ, ਇਹਦੀ ਕਿਹੜੀ ਸਾਈਡ ਹੈ? ਬਾਹਰਲੀ ਸਾਈਡ। ਹੁਣ ਇਹ ਹੈ ਕੀ? ਠੀਕ ਹੈ, ਬਾਹਰਲੀ ਸਾਈਡ ਤੇ ਹੈ ਕੀ? ਅੰਦਰਲੀ ਤੇ ਬਾਹਰਲੀ। ਇਹ ਪਾਲਿਸ਼ ਕੀਤੀ ਸਤ੍ਹਾ ਹੈ, ਪਾਲਿਸ਼ ਕੀਤੀ ਸਤ੍ਹਾ। ਦੇਖੋ ਉੱਤਲ ਦਰਪਣ ਦੀ ਜਿਹੜੀ ਪਾਲਿਸ਼ ਕੀਤੀ ਸਤ੍ਹਾ ਹੈ ਉਹ ਅੰਦਰਲੀ ਸਤ੍ਹਾ ਹੈ, ਤੇ ਅਵਤਲ ਦਰਪਣ ਦੀ ਜਿਹੜੀ ਪਾਲਿਸ਼ ਕੀਤੀ ਸਤ੍ਹਾ ਹੈ ਉਹ ਕੀ ਹੈ? ਬਾਹਰਲੀ ਸਤ੍ਹਾ। ਇਹ ਕੀ ਹੈ? ਇੱਕ ਤਰ੍ਹਾਂ ਦੇ ਦਰਪਣ ਹੈ। ਹੁਣ ਇਹਨਾਂ ਨੂੰ ਗੋਲਾਕਾਰ ਦਰਪਣ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹ ਇੱਕ ਗੋਲੇ ਦੇ ਭਾਗ ਨੇ। ਗੋਲੇ ਦੇ ਭਾਗ ਕਿੱਦਾਂ ਨੇ? ਦੇਖੋ ਅਗਰ ਆਪਾਂ ਇਹਨੂੰ ਮਿਲਾ ਦਈਏ, ਠੀਕ ਹੈ, ਅਗਰ ਆਪਾਂ ਬਿਲਕੁਲ ਤੁਸੀਂ ਸਹੀ ਡਾਇਗਰਾਮ ਬਣਾਓਗੇ ਤਾਂ ਇਹ ਕੀ ਨੇ? ਇੱਕ ਸਰਕਲ ਦੇ ਭਾਗ ਨੇ, ਇਹ ਵੀ ਸਰਕਲ ਦਾ ਭਾਗ ਹੈ। ਠੀਕ ਹੈ, ਤਾਂ ਇੱਕ ਗੋਲੇ ਦੇ ਭਾਗ ਨੇ ਇਹ, ਤਾਂ ਕਰਕੇ ਇਹਨਾਂ ਨੂੰ ਕੀ ਬੋਲਿਆ ਜਾਂਦਾ ਹੈ? ਗੋਲਾਕਾਰ ਦਰਪਣ। ਠੀਕ ਹੈ, ਤੁਸੀਂ ਯਾਦ ਕੀ ਰੱਖਣਾ ਹੈ? ਅਗਰ ਅੰਦਰਲੀ ਸਤ੍ਹਾ ਪੋਲਿਸ਼ ਹੈ ਤਾਂ ਉਹ ਉੱਤਲ ਦਰਪਣ ਹੈ, ਅਗਰ ਬਾਹਰਲੀ ਸਤ੍ਹਾ ਪੋਲਿਸ਼ ਹੈ ਤਾਂ ਕੀ ਆਪਣੇ ਕੋਲੇ ਅਵਤਲ ਦਰਪਣ ਹੈ ਜੀ। ਠੀਕ ਹੈ, ਹੁਣ ਤੁਹਾਨੂੰ ਸਭ ਤੋਂ ਪਹਿਲਾਂ ਇਹਨਾਂ ਦੇ ਕੁਝ ਪਤਾ ਹੋਣਾ ਚਾਹੀਦਾ। ਦੇਖੋ ਆਪਾਂ ਇੱਕੋ ਹੀ ਦਰਪਣ ਲੈ ਕੇ ਚੱਲਦੇ ਹਾਂ ਪਹਿਲਾਂ, ਦੂਜਾ ਤੁਹਾਨੂੰ ਆਪਣੇ ਆਪ ਕੀ ਆ ਜਾਏਗਾ? ਸਮਝ ਆ ਜਾਏਗਾ। ਦੇਖੋ ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਅਵਤਲ ਦਰਪਣ ਦੀ, ਇਹ ਦੇਖੋ ਜੀ ਬਾਹਰਲੀ ਸਾਈਡ ਪੋਲਿਸ਼ ਹੈ ਤਾਂ ਕੀ ਅਵਤਲ ਦਰਪਣ। ਹੁਣ ਜਿਹੜੀ ਇਹ ਵਿਚਕਾਰ ਦੀ ਬਿਲਕੁਲ ਲਾਈਨ ਜਾਂਦੀ ਹੈ ਇਹਨੂੰ ਕੀ ਕਹਿੰਦੇ ਨੇ? ਮੁੱਖ ਧੁਰਾ। ਮੁੱਖ ਧੁਰਾ, ਪ੍ਰਿੰਸੀਪਲ ਐਕਸਿਸ। ਮੁੱਖ ਧੁਰਾ ਕਹਿ ਸਕਦੇ ਆਪਾਂ, ਜਾਂ ਆਪਾਂ ਕੀ ਕਹਿ ਸਕਦੇ ਹਾਂ? ਪ੍ਰਿੰਸੀਪਲ ਐਕਸਿਸ। ਠੀਕ ਹੈ, ਜਿੱਥੇ ਜਾ ਕੇ ਇਹ ਕੱਟੂਗੀ ਉਹਨੂੰ ਕੀ ਕਹਿ ਦੇਣਾ ਆਪਾਂ? ਧਰੁਵ ਜਾਂ ਸ਼ੀਰਸ਼ ਵੀ ਕਹਿ ਦਿੰਦੇ ਇਹਨੂੰ। ਠੀਕ ਹੈ, ਧਰੁਵ ਜਾਂ ਸ਼ੀਰਸ਼ ਇੱਕੋ ਹੀ ਗੱਲ ਹੈ। ਹੁਣ ਅੱਗੇ ਆ ਜਾਂਦਾ ਆਪਣੇ ਕੋਲੇ ਆਪਣਾ ਸੈਂਟਰ ਆਫ ਕਰਵੇਚਰ। ਠੀਕ ਹੈ, ਕੇਂਦਰਕ। ਹੁਣ ਦੇਖੋ ਅਗਰ ਆਪਾਂ ਇਹਨੂੰ ਮਿਲਾਈਏ, ਠੀਕ ਹੈ, ਤਾਂ ਇਹਦਾ ਰੇਡੀਅਸ, ਤੁਹਾਨੂੰ ਪਤਾ ਸਰਕਲ ਦਾ ਇੱਕ ਰੇਡੀਅਸ ਵੀ ਹੁੰਦਾ ਹੈ। ਠੀਕ ਹੈ, ਤਾਂ ਇਹਨੂੰ ਕੀ ਕਹਿੰਦੇ ਨੇ ਆਪਾਂ? ਰੇਡੀਅਸ। ਠੀਕ ਹੈ, ਕੀ ਕਹਿੰਦੇ ਨੇ ਆਪਾਂ? ਕੇਂਦਰ ਕਹਿ ਦਿੰਦੇ ਹਾਂ। ਕੀ ਕਹਿੰਦੇ ਨੇ ਆਪਾਂ ਇਹਨੂੰ? ਕੇਂਦਰ। ਕਿਉਂਕਿ ਆਪਾਂ ਦੇਖੋ ਵਿਕਾਰ ਕਿਉਂਕਿ ਹੋਇਆ ਕੇਂਦਰ। ਰੇਡੀਅਸ ਇਹਨੂੰ ਵੈਸੇ ਆਪਾਂ ਸੀ ਨਾਲ ਲਿਖਦੇ ਹਾਂ। ਇਹ ਸਾਰਾ ਕੀ ਹੋ ਗਿਆ ਆਪਣੇ ਕੋਲੇ? ਰੇਡੀਅਸ ਹੋ ਗਿਆ, ਇੱਥੋਂ ਲੈ ਕੇ ਇੱਥੋਂ ਤੱਕ। ਸਮਝ ਗਏ? ਰੇਡੀਅਸ। ਤੇ ਜੇ ਆਪਾਂ ਸੀ ਇੱਕ ਹੋਰ ਲੈ ਲਈਏ ਤਾਂ ਕੀ ਬਣ ਜੂ? ਇਹਦਾ ਵਿਆਸ ਬਣ ਜੂਗਾ। ਇਹ ਅਰਧ ਵਿਆਸ ਹੋ ਗਿਆ, ਕੀ ਹੋ ਗਿਆ? ਵਿਆਸ ਹੋ ਗਿਆ। ਠੀਕ ਹੈ, ਇੱਕ ਤਾਂ ਦੇਖੋ ਮੇਨ ਕੀ ਆਪਣੇ ਕੋਲੇ? ਪ੍ਰਿੰਸੀਪਲ ਐਕਸਿਸ, ਦੂਸਰਾ ਧਰੁਵ, ਤੀਸਰਾ ਕੀ ਆ ਗਿਆ? ਕੇਂਦਰ ਆ ਗਿਆ। ਠੀਕ ਹੈ ਜੀ, ਤਾਂ ਅੱਗੇ ਆਪਣੇ ਕੋਲੇ ਹੁੰਦਾ ਹੈ, ਹਾਂਜੀ, ਇਹ ਆਪਣੇ ਕੋਲੇ ਕੀ ਹੈ? ਅਵਤਲ ਦਰਪਣ ਹੈ। ਅਵਤਲ ਦਰਪਣ ਆਪਾਂ ਕਰ ਚੁੱਕੇ ਹਾਂ। ਸ਼ੀਰਸ਼ ਪੋਲ ਕਹਿ ਦਿੰਦੇ ਹਾਂ। ਠੀਕ ਹੈ, ਇਹ ਵੀ ਯਾਦ ਰੱਖ ਲੈਣਾ। ਇੱਕ ਹੋਰ ਟਰਮ ਹੈ ਜਿਹੜੀ ਇੱਥੋਂ, ਇਹਦਾ ਜਿਹੜਾ ਡਾਇਮੀਟਰ ਹੈ, ਠੀਕ ਹੈ, ਵਿਆਸ ਹੈ, ਇਹਨੂੰ ਕਹਿੰਦੇ ਨੇ ਅਪੈਰਚਰ। ਅਪੈਰਚਰ। ਠੀਕ ਹੈ, ਤਾਂ ਵੈਸੇ ਕੋਈ ਬਾਹਲੇ ਉਲਝਣ ਵਾਲੀ ਗੱਲ ਨਹੀਂ ਹੈ, ਆਪਣੇ ਜ਼ਿਆਦਾ ਕੰਮ ਵੀ ਨਹੀਂ ਆਉਂਦਾ। ਕੰਮ ਕੀ ਹੋਊਗਾ? ਪੋਲ। ਇਸ ਤੋਂ ਬਾਅਦ ਆਪਾਂ ਕੀ ਕਰਿਆ ਸੀਗਾ? ਸੈਂਟਰ ਕੱਢਿਆ ਸੀਗਾ। ਲੈਟ ਕਰ ਲਓ ਵੀ ਸੈਂਟਰ ਇੱਥੇ ਹੈ। ਠੀਕ ਹੈ, ਸੈਂਟਰ ਆਫ ਕਰਵੇਚਰ। ਹੁਣ ਆਪਾਂ ਗੱਲ ਕਰਨੀ ਹੈ ਮੁੱਖ ਫੋਕਸ ਦੀ। ਠੀਕ ਹੈ, ਲੈਟ ਕਰ ਲਓ ਸੀ ਤੋਂ ਲੈ ਕੇ ਪੀ ਪੁਆਇੰਟ ਤੱਕ 10 ਮੀਟਰ ਦੀ ਦੂਰੀ ਹੈ। ਠੀਕ ਹੈ ਜੀ, ਕਿੰਨੇ ਮੀਟਰ ਦੀ ਦੂਰੀ ਆਪਣੇ ਕੋਲੇ? 10 ਮੀਟਰ ਦੀ ਦੂਰੀ ਆ। ਹੁਣ ਆਪਾਂ ਗੱਲ ਕਰਾਂਗੇ ਦੇਖੋ ਫੋਕਸ ਦੀ, ਤਾਂ ਇਹਦੇ ਬਿਲਕੁਲ ਵਿਚਕਾਰ, ਠੀਕ ਹੈ, ਬਿਲਕੁਲ ਵਿਚਕਾਰ ਹਾਫ ਪੁਆਇੰਟ ਦੇ ਉੱਤੇ ਫੋਕਸ ਹੁੰਦਾ। ਬਹੁਤ ਜ਼ਿਆਦਾ ਜ਼ਰੂਰੀ ਟਰਮ ਹੈ। ਠੀਕ ਹੈ, ਫੋਕਸ ਕੀ ਹੁੰਦਾ ਹੈ?
ਸੈਂਟਰ ਤੇ ਪੋਲ ਦੇ ਬਿਲਕੁਲ ਵਿਚਕਾਰ ਇੱਕ ਫੋਕਸ ਪੁਆਇੰਟ ਹੁੰਦਾ ਹੈ। ਠੀਕ ਹੈ, ਲੱਭਿਆ ਕਿਵੇਂ ਜਾਂਦਾ, ਇਹ ਲੱਭਿਆ ਇਸ ਤਰ੍ਹਾਂ ਜਾਂਦਾ ਹੈ। ਠੀਕ ਹੈ, ਕਿ ਲੈਟ ਕਰ ਲਓ ਕਿ ਕੋਈ ਕਿਰਨ ਆ ਰਹੀ ਹੈ ਸੂਰਜ ਦੀ। ਠੀਕ ਹੈ, ਸੂਰਜ ਦੀ ਕਿਰਨ ਹੈ ਜਾਂ ਪ੍ਰਕਾਸ਼ ਦੀ ਕਿਰਨ ਆ ਰਹੀ ਹੈ। ਠੀਕ ਹੈ, ਹੁਣ ਇਹ ਦਰਪਣ ਨੇ ਤੁਹਾਨੂੰ ਦੱਸਿਆ ਸੀ ਆਪਾਂ ਕਿ ਕਾਹਦੇ ਬੇਸ ਦੇ ਉੱਤੇ ਕੰਮ ਕਰਦਾ ਹੈ, ਪਰਿਵਰਤਨ ਦੇ ਬੇਸ ਦੇ ਉੱਤੇ। ਤਾਂ ਆਪਣੇ ਵੀ ਦੀ ਲਾਈਟ ਤਾਂ ਲੰਘਣ ਨਹੀਂ ਦਿੰਦਾ, ਤਾਂ ਕੀ ਹੋ ਜੂਗੀ, ਬੈਂਡ ਹੋ ਜੂਗੀ, ਮੁੜ ਜੂਗੀ। ਠੀਕ ਹੈ, ਹੁਣ ਕੋਈ ਹੋਰ ਕਿਰਨ ਹੈ ਉਹ ਵੀ ਇਸ ਤਰ੍ਹਾਂ ਮੁੜ ਜੂਗੀ। ਠੀਕ ਹੈ, ਹੁਣ ਤੁਸੀਂ ਕੀ ਧਿਆਨ ਰੱਖਿਆ, ਦੇਖੋ ਇਹਨਾਂ ਦੋਨਾਂ ਦੇ ਵਿੱਚ ਕੀ ਕਾਮਨ ਗੱਲ ਹੈ। ਕਾਮਨ ਗੱਲ ਕੀ ਹੈ, ਇਹ ਦੋਨੇ ਕਿਰਨਾਂ ਜਿਹੜਾ ਮੁੱਖ ਧੁਰਾ ਹੈ ਆਪਣਾ ਉਹਦੇ ਸਮਾਨ ਅੰਤਰ ਆਈਆਂ ਨੇ ਨਾ, ਪੈਰਲਲ ਆਈਆਂ ਨੇ। ਜਦੋਂ ਪੈਰਲਲ ਆਉਣਗੀਆਂ ਤਾਂ ਉਹ ਰਿਫਲੈਕਟ ਹੋਣ ਤੋਂ ਬਾਅਦ ਮੀਨਸ ਵੱਜਣ ਤੋਂ ਬਾਅਦ ਉਹ ਕਿੱਥੋਂ ਦੀ ਲੰਘਣਗੀਆਂ, ਫੋਕਸ ਵਿੱਚ ਦੀ ਹੀ ਲੰਘਣਗੀਆਂ। ਤਾਂ ਇਹ ਜਿਹੜੀਆਂ ਜਦੋਂ ਮੁੱਖ ਧੁਰੇ ਦੇ ਸਮਾਨ ਅੰਤਰ ਆਉਣਗੀਆਂ ਕਿਰਨਾਂ ਤਾਂ ਉਹ ਰਿਫਲੈਕਟ ਹੋਣ ਤੋਂ ਬਾਅਦ ਕਿੱਥੋਂ ਦੀ ਲੰਘਣਗੀਆਂ, ਮੁੱਖ ਫੋਕਸ ਦੇ ਵਿੱਚ ਦੀ ਲੰਘਣਗੀਆਂ। ਦੇਖੋ ਬੈਂਡ ਇੱਧਰ ਨੂੰ ਆਉਣਾ ਹੈ ਤਾਂ ਕਿਰਨਾਂ ਬੈਂਡ ਇੱਧਰ ਨੂੰ ਹੀ ਹੋਣਗੀਆਂ। ਜੇ ਆਪਾਂ ਥੱਲੋਂ ਮਾਰਾਂਗੇ ਤਾਂ ਇੱਧਰ ਦੀ ਲੰਘ ਜਾਣਗੀਆਂ। ਠੀਕ ਹੈ, ਤਾਂ ਯਾਦ ਰੱਖਣਾ ਹੈ ਕਿ ਫੋਕਸ ਕੀ ਹੁੰਦਾ ਹੈ, ਫੋਕਸ ਉਹ ਚੀਜ਼ ਹੈ ਜਦੋਂ ਕੋਈ ਵੀ ਕਿਰਨ ਹੈ ਉਹ ਰਿਫਲੈਕਟ ਹੋਣ ਤੋਂ ਬਾਅਦ ਜਦੋਂ ਪੈਰਲਲ ਆਉਂਦੀ ਹੈ ਮੁੱਖ ਧੁਰੇ ਦੇ ਤਾਂ ਉਹ ਰਿਫਲੈਕਟ ਹੋਣ ਤੋਂ ਬਾਅਦ ਕਿੱਥੋਂ ਦੀ ਲੰਘਦੀ ਹੈ, ਫੋਕਸ ਵਿੱਚ ਦੀ ਹੀ ਲੰਘਦੀ ਹੈ। ਠੀਕ ਹੈ, ਹੁਣ ਆਪਾਂ ਕੀ ਪੜ੍ਹਿਆ ਸੀਗਾ, CP ਹੈ ਜਿਹੜਾ ਉਹ ਕਾਹਦੇ ਬਰਾਬਰ ਹੁੰਦਾ ਹੈ, R ਦੇ ਬਰਾਬਰ ਹੁੰਦਾ ਹੈ। ਠੀਕ ਹੈ, R ਮਤਲਬ ਰੇਡੀਅਸ, ਅਰਧ ਵਿਆਸ। ਠੀਕ ਹੈ, ਕੀ ਆਪਣੇ ਕੋਲੇ ਅਰਧ ਵਿਆਸ। ਅਰਧ ਵਿਆਸ, ਅਰਧ ਵਿਆਸ ਕੀ ਹੁੰਦਾ ਆਪਾਂ ਨੂੰ ਪਤਾ ਹੈ, ਕੋਈ ਸਰਕਲ ਹੈ। ਠੀਕ ਹੈ, ਆ ਗਈ ਇਹਦਾ ਅਰਧ ਵਿਆਸ ਹੁੰਦਾ ਹੈ ਇੱਦਾਂ। ਠੀਕ ਹੈ ਜੀ, ਕੀ ਹੁੰਦਾ ਹੈ, ਅਰਧ ਵਿਆਸ ਹੁੰਦਾ। ਇਸੇ ਤਰ੍ਹਾਂ ਹੀ ਆ ਸਾਰਾ ਕੀ ਆ, ਅਰਧ ਵਿਆਸ ਹੈ। ਜਦੋਂ ਆਪਾਂ ਇਹਨੂੰ ਮਿਲਾਵਾਂ ਇੱਕ ਸਰਕਲ ਬਣ ਜੂ ਤਾਂ ਇਹ ਕੀ ਇਹਦਾ ਅਰਧ ਵਿਆਸ ਬਣ ਗਿਆ। ਠੀਕ ਹੈ, ਤਾਂ ਹੁਣ ਜੇ ਆਪਾਂ ਕੱਢੀਏ FP ਦੀ ਵੈਲਿਊ ਜਾਂ ਫੋਕਸ, ਦੇਖੋ FP ਕੀ ਹੁੰਦੀ ਆ, ਫੋਕਸ ਦੂਰੀ। ਫੋਕਸ ਦੂਰੀ ਮੀਨਸ ਫੋਕਸ ਤੋਂ ਪੋਲ ਤੱਕ ਦੀ ਦੂਰੀ ਨੂੰ ਕੀ ਕਹਿੰਦੇ ਨੇ ਆਪਾਂ, ਫੋਕਸ ਦੂਰੀ। ਤਾਂ ਫੋਕਸ ਦੂਰੀ ਨੂੰ ਸਮਾਲ f ਨਾਲ ਲਿਖਦੇ ਆ। ਹੁਣ ਆਪਾਂ ਨੂੰ ਪਤਾ ਹੈ ਬਿਲਕੁਲ ਕਿੱਥੇ ਵਿਚਾਲੇ ਆ, ਤਾਂ ਆਪਾਂ ਇਹਨੂੰ ਇਦਾਂ ਵੀ ਲਿਖ ਸਕਦੇ ਆ, R/2। ਜਿੰਨੀ ਫੋਕਸ ਦੂਰੀ, ਜਿੰਨਾ ਅਰਧ ਵਿਆਸ ਹੋਊਗਾ ਫੋਕਸ ਦੂਰੀ ਉਹਦੇ ਨਾਲੋਂ ਕੀ ਹੋਊਗੀ, ਅੱਧੀ ਹੋਊਗੀ। ਇਹ ਯਾਦ ਰੱਖਣਾ ਆਪਾਂ, ਫਾਰਮੂਲਾ ਬਹੁਤ ਆਉਂਦਾ ਹੈ। ਠੀਕ ਹੈ, F ਕੱਢੋ, R ਦੇਤਾ ਆਪਾਂ ਨੂੰ, ਉਹਨੂੰ 2 ਨਾਲ ਡਿਵਾਈਡ ਕਰ ਦੇਣਾ ਬਸ। ਠੀਕ ਹੈ, R ਨੂੰ ਤਾਂ ਫੋਕਸ ਦੂਰੀ ਆ ਜਾਣੀ ਹੈ। ਜੇ ਤੁਹਾਨੂੰ ਫੋਕਸ ਦੂਰੀ ਦਿੱਤੀ ਹੈ ਤਾਂ ਉਹਨੂੰ 2 ਨਾਲ ਮਲਟੀਪਲਾਈ ਕਰ ਦਿਓ, ਤੁਹਾਡੇ ਕੋਲ ਕੀ ਆ ਜਾਣੀ ਹੈ, ਅਰਧ ਵਿਆਸ ਆ ਜਾਣਾ। ਠੀਕ ਹੈ, ਧਿਆਨ ਰੱਖਣਾ ਆਪਾਂ। ਤੇ ਇਹੀ ਗੱਲ ਆਪਣੇ ਲਈ ਉੱਤਲ ਦਰਪਣ ਵਾਸਤੇ, ਉੱਤਲ ਦਰਪਣ ਵੀ ਇਸੇ ਤਰ੍ਹਾਂ ਹੀ ਹੈ। ਠੀਕ ਹੈ, ਜੇ ਆਪਾਂ ਅਗਰ ਡਾਇਗਰਾਮ ਬਣਾ ਕੇ ਦੇਖੀਏ, ਠੀਕ ਹੈ ਜੀ, ਉੱਤਲ ਦਰਪਣ ਵੀ ਇਸੇ ਤਰ੍ਹਾਂ ਹੀ ਹੈ। ਇੱਧਰਲੀ ਸਾਈਡ ਇਹਦੀ ਪੋਲਿਸ਼ ਹੈ। ਠੀਕ ਹੈ, ਇੱਥੇ ਇਹਦਾ ਫੋਕਸ ਹੋ ਗਿਆ, ਇੱਥੇ ਇਹਦਾ ਕੀ ਹੋ ਗਿਆ, ਆਪਣੇ ਕੋਲੇ C ਹੋ ਗਿਆ। ਠੀਕ ਹੈ, ਵੈਸੇ ਇਹਦਾ ਇੱਕ ਤੁਹਾਨੂੰ ਦੱਸਿਆ ਸੀ ਆਪਾਂ, ਤੁਸੀਂ ਗੱਲ ਕਰ ਸਕਦੇ ਹੋ ਵਾਸਤਵਿਕ ਅਤੇ ਆਭਾਸੀ। ਆਭਾਸੀ ਹੁਣ ਇਹਦੀ ਲੋੜ ਪਊਗੀ ਆਪਾਂ ਨੂੰ। ਠੀਕ ਹੈ, ਲੋੜ ਕਿੱਦਾਂ ਪਊਗੀ, ਵਾਸਤਵਿਕ ਤੇ ਆਭਾਸੀ ਦੇ ਵਿੱਚ ਫਰਕ ਕੀ ਹੁੰਦਾ ਪਹਿਲਾਂ ਤਾਂ ਦੇਖੋ। ਹੁਣ ਦੇਖੋ ਆਪਾਂ ਕਿਰਨਾਂ ਮਾਰੀਆਂ, ਸਮਾਨ ਅੰਤਰ ਕਿਰਨਾਂ ਮਾਰੀਆਂ, ਉਹ ਕਿੱਥੋਂ ਦੀ ਲੰਘ ਗਈਆਂ, ਫੋਕਸ ਵੀ ਦੀ ਲੰਘ ਗਈਆਂ। ਪਰ ਹੁਣ ਇਹਦੇ ਵਿੱਚ ਦੇਖੋ ਫੋਕਸ ਤੇ ਹੁਣ ਇਹ ਤਾਂ ਬੈਂਡ ਹੈ ਜਿਹੜਾ ਤਾਹਾਂ ਨੂੰ ਬੈਂਡ ਹੈ, ਇਹ ਤਾਂ ਇੱਧਰ ਨੂੰ ਮੁੜ ਜੂਗਾ। ਇਹ ਤਾਂ ਆਪਾਂ ਨੂੰ ਪਤਾ ਜਦੋਂ ਕਿਰਨ ਇੱਥੇ ਵੱਜੀ ਇਹ ਤਾਂ ਇੱਧਰ ਨੂੰ ਮੁੜੂਗੀ। ਹੁਣ ਇਹ ਤਾਂ ਮਿਲਣੀ ਨਹੀਂ ਕਿਤੇ ਮੁੱਖ ਧੁਰੇ ਦੇ ਉੱਤੇ, ਤਾਂ ਆਪਣੇ ਕੋਲੋਂ ਆਪਾਂ ਮਿਲਾ ਲੈਣੀ ਇਹ ਵੀ ਲੈਟ ਕਰ ਲਓ, ਇੱਥੇ ਜਾ ਕੇ ਮਿਲ ਗਈ। ਇਸੇ ਤਰ੍ਹਾਂ ਹੀ ਜੇ ਆਪਾਂ ਇੱਕ ਹੋਰ ਮਾਰਾਂਗੇ, ਠੀਕ ਹੈ, ਤਾਂ ਮਿਲੀਆਂ ਤਾਂ ਹੈ ਨਹੀਂ, ਆਪਾਂ ਆਪਣੇ ਕੋਲੋਂ ਮਿਲਾ ਲਈਆਂ। ਠੀਕ ਹੈ, ਤਾਂ ਜਦੋਂ ਆਪਣੇ ਕੋਲੋਂ ਮਿਲਾ ਲਈਆਂ ਉਹ ਚੀਜ਼ ਨੂੰ ਆਪਾਂ ਕੀ ਕਹਿਣਾ ਹੈਗਾ, ਆਭਾਸੀ। ਵੀ ਮਤਲਬ ਇੱਕ ਤਰ੍ਹਾਂ ਆਪਾਂ ਮੰਨੀ ਹੈ, ਮੰਨੀ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਆਪਾਂ, ਵਰਚੁਅਲ। ਵਰਚੁਅਲ ਕੀ ਹੁੰਦਾ, ਨਕਲੀ। ਕੀ ਹੁੰਦਾ, ਨਕਲੀ। ਠੀਕ ਹੈ, ਵਾਸਤਵਿਕ ਨੂੰ ਕੀ ਕਹਿੰਦੇ ਨੇ ਆਪਾਂ, ਰੀਅਲ। ਇਹਦਾ ਵਾਸਤਵਿਕ ਤਾਂ ਇਹ ਹੁੰਦਾ ਜੇ ਕਈ ਵਾਰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਉੱਤਲ ਦਾ ਅਵਤਲ ਦਰਪਣ ਦਾ ਜਿਹੜਾ ਪ੍ਰਤੀਬਿੰਬ ਹੈ, ਫੋਕਸ ਹੈ, ਉਹ ਵਾਸਤਵਿਕ ਹੁੰਦਾ ਤੇ ਬਾਹਰ ਇਹਦਾ ਕੀ ਹੁੰਦਾ, ਆਭਾਸੀ ਹੁੰਦਾ। ਜੇ ਆਪਾਂ ਇੱਧਰੋਂ ਕਿਰਨਾਂ ਮਾਰਾਂਗੇ, ਠੀਕ ਹੈ, ਤਾਂ ਇੱਥੇ ਫੋਕਸ ਆ ਜਾਊਗਾ। ਠੀਕ ਹੈ, ਕੋਈ ਉਲਝਣ ਦੀ ਲੋੜ ਨਹੀਂ ਆਪਣੇ ਕੋਲੇ। ਤਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਉੱਤਲ ਦਰਪਣ ਦਾ ਫੋਕਸ ਆਭਾਸੀ ਹੁੰਦਾ ਹੈ ਤੇ ਅਵਤਲ ਦਰਪਣ ਦਾ ਜਿਹੜਾ ਫੋਕਸ ਹੁੰਦਾ ਉਹ ਕੀ ਹੁੰਦਾ, ਵਾਸਤਵਿਕ ਹੁੰਦਾ ਜਾਂ ਰੀਅਲ ਹੁੰਦਾ। ਇੰਗਲਿਸ਼ ਦੇ ਵਿੱਚ ਵਰਡ ਸੌਖਾ ਹੈ, ਰੀਅਲ ਤੇ ਵਰਚੁਅਲ। ਤੇ ਇਸੇ ਤਰ੍ਹਾਂ ਹੀ ਅੱਗੇ ਕੀ ਆ ਜਾਊਗਾ, ਫਿਰ ਆਪਣੇ ਕੋਲੇ C ਆ ਜਾਊਗਾ। ਠੀਕ ਹੈ, ਤੇ ਇੱਥੇ ਕੀ ਆ ਗਿਆ, ਆਪਣੇ ਕੋਲੇ ਪੋਲ ਆ ਗਿਆ, ਮੁੱਖ ਧੁਰਾ ਆ ਗਿਆ। ਇਹਨੂੰ ਕੀ ਕਹਿੰਦੇ ਨੇ ਆਪਾਂ, ਅਪਰਚਰ ਕਹਿ ਦਿੰਦੇ ਹਾਂ। ਠੀਕ ਹੈ, ਇਹ ਕੀ ਰੱਖਣਾ ਆਪਾਂ, ਧਿਆਨ ਰੱਖਣਾ ਸਾਰਾ। ਤੇ ਫੋਕਸ ਦੂਰੀ ਸਾਰਾ ਕੁਝ ਉੱਦਾਂ ਹੀ।
ठीक है। तो फोकस दूरी हुण अपने कोले आ जांदा है, देखो निशान हुण पेपर दे विच तुहानूं दित्ता होऊगा, लैट कर लो ये दे दिता, ठीक है। हुण आपां एक एग्जाम्पल ले लैंदे आपां, ठीक है। एग्जाम्पल की ले लैंदे आ, देखो कह सकते तुहानूं कि उत्तल दर्पण का जिहड़ा रेडियस है, उत्तल दर्पण का अर्ध व्यास 5 मीटर है। आपां की कढ़ना है, फोकस दूरी कढ़नी है, की कढ़नी है, फोकस दूरी। देखो हुण तुसीं कह दोगे कि तुसीं दस्सिया सी अर्ध व्यास 5 है, तो फोकस दूरी नूं की करो 2 नाल डिवाइड कर दो, तो कितना आ गया 5/2 या 2.5 मीनस 2.5 जिहड़ा आपां कह दिंदे वो आ गया आंसर अपना, ठीक है। मीटर दे विच है तो मीटर दे विच। हुण ये तुहाडा आंसर की है, बिल्कुल सही है, उहदे विच ऑप्शनां भी दित्तियां होणगीਆਂ। हुण इसे दी जगह ते अगर अवतल दर्पण आ जाए, की आ जाए अपने कोले अवतल दर्पण आ जाए, अगर जेकर अवतल दर्पण आउंदा है, अवतल दर्पण मेरे तुहाडा ये आंसर गलत है। क्यों गलत है? देखो थोड़ा जिहा डिफरेंस है, ज़्यादा नहीं, बट आंसर की है गलत है, क्योंकि तुहाडी ऑप्शन दे विच एक तो 5 हो सकता है, एक 5/2 हो सकता है, एक -5 हो सकता है, एक -5/2 हो सकता है। इन्हां दे विचों कोई भी आंसर हो सकता है। देखो हुण ये क्यों गलत है, क्योंकि इहदा जिहड़ा आंसर बनदा ना वो -5/2 बनूगा अवतल वेले। अवतल वेले तुसीं की याद रखना है, देखो अगर कोई भी दूरी है जिहड़ी हुण मैनूं दसो जिहड़ा ये उत्तल दर्पण है, इहदा फोकस किधरली साइड है, सज्जे पासे है। जिधर मैनूं देखो तुसीं इधरली सज्जी साइड है, मीनस दर्पण के पिछे है। कोई भी दूरी अगर दर्पण के पिछे है तो प्लस के विच आऊगी, समझ गए, ठीक है। तो अगर दर्पण के अगे है, इन्हां दी दूरियां किधर ने, इधर ने, ये खब्बे पासे ने सारियां दूरियां, ठीक है। तो जिहड़ा सेंटर रेडियस आऊगा वो की आऊगा, माइनस के विच आऊगा। उत्थे तुहानूं हो सकता है कि अवतल दर्पण का अर्ध व्यास कह देना, जे तो तुहानूं कहता भी +5 है, +5 वैसे नहीं कह सकते हो, -5 कह देंगे, तो तुसीं इत्थे की लगाउणा है, माइनस ही लगाउणी है। तो हो सकता कि वो साइन ना देण, सिंपली कह देना भी अवतल दर्पण का अर्ध व्यास जिहड़ा 5 मीटर है, क्योंकि वो जिहड़ा न्यूमैरिकल वैल्यू है वो माइनस आउंदा। वैसे आप सिंपल कह सकते 5 अर्ध व्यास या 10 है। तो तुसीं याद रखना है कि फोकस दूरी हमेशा माइनस दे विच हुंदी है, किहदी, अवतल दर्पण की रेडियस भी, तो उत्तल दर्पण की प्लस दे विच हुंदी है। आपां इह कह सकते हैं कि कोई भी दूरी कदों प्लस दे विच होऊगी, कदों माइनस दे विच। मीनस जदों प्लस दे विच होऊगी, जदों सज्जे पासे होऊगी, उत्तल दर्पण वेले सारियां दूरियां सज्जे पासे होणगीਆਂ, अवतल दर्पण वेले खब्बे पासे, तां इहदियां सारियां माइनस दे विच आउणगीਆਂ, इहदियां काहदे विच आउणगीਆਂ, प्लस दे विच, ठीक है जी। हुण आपां कुछ इन्हां दे रूल करदे हां। रूल मतलब आपां नूं की पता होना चाहिए, देखो अपने पेपर दे विच जिहड़ा पुछिया जाना हुंदा क्वेश्चन, ये पुछिया जांदा हुंदा कि वस्तु इत्थे पई है, ठीक है, आ पॉइंट दे उत्ते पई है, ਉਹਦਾ प्रतिबिंब ਜਾਂ फोटो कह ਦਿੰਦੇ ਆ, ठीक है, ਵੱਡੀ ਬਣੂਗੀ ਜਾਂ ਛੋਟੀ ਬਣੂਗੀ, ਕਿੱਥੇ ਬਣੂਗੀ ਜਾਂ ਬਰਾਬਰ ਬਣੂਗੀ, ਉਹਨਾਂ ਵਾਸਤੇ ਕੁਝ ਰੂਲਾਂ ਦੀ ਗੱਲਾਂ ਕਰਾਂਗੇ ਆਪਾਂ ਪਹਿਲਾਂ, ਠੀਕ ਹੈ। ਰੂਲਾਂ ਦੇ ਅਕੋਰਡਿੰਗ ਉਹ ਬਣਨਗੇ। ਤਾਂ ਕੁਝ ਰੂਲ ਨੇ ਉੱਤਲ ਦਰਪਣ ਲਈ ਵੀ ਸੇਮ ਨੇ, ਅਵਤਲ ਦਰਪਣ ਲਈ ਵੀ ਸੇਮ ਨੇ। ਤਾਂ ਆਪਾਂ ਇੱਕ ਦਰਪਣ ਲੈ ਕੇ ਚੱਲਾਂਗੇ, ਅੱਗੇ ਆਪਾਂ ਸਾਰਾ ਸਟੱਡੀ ਕਰਦੇ ਹਾਂ। ਚਲੋ ਦੇਖੋ ਜੀ, देखो जी अपने को आप पहले गल करते हैं अवतल दर्पण की, ठीक है। उत्तल दर्पण लिए भी सेम ही बनूगा। रूल की ने दे रट्टे नहीं लगाने आप, ठीक है, रट्टे नाल तुहाडे याद नहीं रहना, ठीक है। रूल 4 रूल ने अपने को, 4 रूल आप अगर याद हो गए तो अपने आप की बन जाएंगे, इमेज बन जाएंगी। हुण आपां नूं पता इत्थे जे फोकस वो तो डबल दूरी ते सी। आप पहला रूल की कर चुके हैं, पहला रूल आप ये कर चुके हैं कि जदों कोई भी रे है जी पैरल आउंदी है, समानांतर आउंदी है, तो कित्थों दी लंघदी है, फोकस वे दी लंघदी है, ठीक है। फर्स्ट रूल अपने को ये है। सैकेंड रूल की है, ठीक है। अगर आप देखो एक ही डायग्राम तो करवा दें, आप होर भी डायग्राम वैसे बना सकते हो तुसीं। दूसरा रूल ये है कि कोई किरण है जी वो फोकस भी दी लंघ गई, पहले ही फोकस भी दी लंघ गई, ये तो बाजी पहला, फिर फोकस भी दी हुई। दूसरी की है पहले फोकस भी दी लंघ गई, तो बाद दे विच की हो जूगी, पैरलर हो जूगी। काहदे पैरलर हो जूगी, मुख धुरे दे पैरलर। देखो पैरलर हो गई, ये
ਪਹਿਲਾ ਰੂਲ ਤਾਂ ਇਹ ਹੈ ਕਿ ਜਦੋਂ ਪੈਰਲਲ ਰਹੂਗੀ ਫੋਕਸ ਵੀ ਦੀ ਹੋ ਜੂਗੀ, ਦੂਜਾ ਉਲਟਾ ਹੈ, ਜੇ ਪਹਿਲਾਂ ਫੋਕਸ ਵੀ ਦੀ ਲੰਘ ਗਈ ਜੇ ਟੇਢੀ ਆ ਗਈ ਕਿਰਨ ਤੋਂ ਬਾਅਦ ਦੇ ਵਿੱਚ ਵੱਜ ਕੇ, ਜੇ ਫੋਕਸ ਵੀ ਦੀ ਲੰਘਦੀ ਹੈ ਤਾਂ ਦੇਖੋ, ਜੇ ਇੱਥੋਂ ਦੀ ਲੰਘੀ ਫੇਰ ਨਹੀਂ, ਜੇ ਫੋਕਸ ਵੀ ਦੀ ਲੰਘੀ ਆ ਤਾਂ ਕੀ ਹੋ ਜੂਗੀ, ਪੈਰਲਲ ਹੋ ਜੂਗੀ। ਠੀਕ ਹੈ, ਦੋ ਰੂਲ ਤਾਂ ਆਪਣੇ ਕੋਲੇ ਹੋ ਗਏ। ਤੀਸਰਾ ਰੂਲ ਕੀ ਹੈ ਆਪਣੇ ਕੋਲੇ, ਤੀਸਰਾ ਰੂਲ ਆਪਣੇ ਕੋਲੇ ਇਹ ਹੈ, ਠੀਕ ਹੈ, ਕਿ ਕੋਈ ਕਿਰਨ ਸੈਂਟਰ ਵੀ ਦੀ ਲੰਘਦੀ ਅਗਰ, ਇਹਨੂੰ ਵਧਾ ਲਓ ਥੋੜਾ ਜਿਹਾ, ਜੇਕਰ ਕੋਈ ਕਿਰਨ ਪਹਿਲਾਂ ਸੈਂਟਰ ਵੀ ਦੀ ਲੰਘਦੀ ਹੈ ਤਾਂ ਉੱਦਾਂ ਹੀ ਵਾਪਸ ਆ ਜਾਏਗੀ, ਮੀਨ ਜੇ ਇੱਧਰ ਨੂੰ ਆਈ ਜਿੱਦਾਂ ਆਈ ਗਈ ਉੱਦਾਂ ਹੀ ਵਾਪਸ। ਅਗਰ ਸੀ ਵੀ ਦੀ ਲੰਘਦੀ ਹੈ, ਸੈਂਟਰ ਆਫ ਕਰਵੇਚਰ ਜਾਂ ਵक्रता ਕੇਂਦਰ। ठीक है, याद है सारे ने, पहला पैरलल गई समानांतर गई, फोकस भी दी लंघी, दूसरी फोकस भी दी लंघी समानांतर होगी, तीसरी जेकर सी भी दी लंघदी है तो की हो जूगी, पैरलल हो जूगी। चौथा रूल की है, हुण जेकर कोई किरण पोल के उत्ते वजदी है, कित्थे वजी, पोल के उत्ते वजी तो उन्ने एंगल नाल ही वापस आ जाएगी। मीन आई एंगल हो गया, अपने को हो गया आर एंगल हो गया। समझिए कि जेकर कोई किरण पोल के उत्ते वजदी है तो उन्ने एंगल नाल की होंदी है, वापस होंदी है। ठीक है, देखो इधर वजी है तो उदा ही वापस आ गई। ठीक है, क्यों, क्योंकि आ देखो आ 90 डिग्री का एंगल ही बन गया एक तरह का, तो 90 डिग्री का एंगल ये पैरलल वाला हो गया अपने को, जो आप पहला कर चुके हैं। वो नॉर्मल आई तो आर एंगल की होंगे बराबर। तो चार रूल ने, जेकर तुहाडे चार रूल तुहानूं पता लग गए तो आप जिहड़ी अगे डायग्राम बनावांगे। ठीक है, नैक्सट लैक्चर दे विच तो तुहाडे की होणगीਆਂ कंप्लीट, तुहानूं समझ आ जाणगीਆਂ। ठीक है, अगेन समझा देने आपां, पहला पैरलल समानांतर, वो फोकस भी दी लंघदी है, जे फोकस भी दी लंघी तो समानांतर हो जू। तीसरा की है, जे सेंटर भी दी लंघदी तो उदा ही वापस। ठीक है, जे पोल ते वजदी है तो उन्ने एंगल नाल वापस। ठीक है, तो चार रूल ने अपने को, चारे तुहानूं पता होना चाहिए। सब तो पहले कि अपने को फोकस पता होना चाहिए कित्थे हुंदा, दूसरा वक्रता केंद्र पता होना चाहिए, तीसरा पोल। तीन की ने मेन ने, तो बाकी तुहानूं ये पता लग जाना चाहिए कि अवतल दर्पण किहड़ा है तो उत्तल दर्पण किहड़ा है। नैक्सट लैक्चर जिहड़ा करावांगे आपां उहदे विच ये भी करवावांगे कि इन्हां दी यूज़ कित्थे हुंदे आ, इन्हां दी वरतों कित्थे हुंदी है। ठीक है, देखो आप गड्डियां दे विच साइड शीशा लग्या हुंदा, उन्हां दे विच किहड़ा दर्पण हुंदा, गड्डियां दे विच हैडलाइटां हुंदियां ने, उन्हां दे विच किहड़ा दर्पण हुंदा, वो सारे आपां पढ़ांगे नैक्सट लैक्चर दे। अदरवाइज तुसीं फुल कोर्स ज्वाइन करना चाहुंदे हो तो नहीं, MSW स्टडी ऐप है जिहड़ी, ठीक है, वो तुसीं प्ले स्टोर तो जाके डाउनलोड कर सकते हो। तो जेकर तुहानूं लैक्चर वधिया लगे तो लाइक तो अपने दोस्त मित्रां कोल शेयर जरूर करो ताकि वध तो वध लाहा लै सकन। ETT की जी अपने को पोस्ट आई आई थिंक इस तो बाद 5 सालों तक गल जाऊगी, लास्ट चांस है तुहाडे कोले, तो तुसीं की कर सकते हो, सानूं ज्वाइन कर सकते हो। अगर कोई ज्वाइन करना चाहुंदे हो तो सानूं कॉल या WhatsApp मैसेज भी कर सकते हो। हाँ जी, थैंक यू, बाय।